ਹੈਲੋ ਐਂਡ ਵੈਲਕਮ ਟੂ ਦ YouTube ਚੈਨਲ ਸਪੋਰਟ ਫॉर ਐਜੂਕੇਸ਼ਨ। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ CBSE ਜਮਾਤ 12ਵੀਂ ਦੇ ਵਿਦਿਆਰਥੀਆਂ ਦੇ ਲਈ 7ਵਾਂ ਸੈਂਪਲ ਪੇਪਰ। ਆਓ ਸ਼ੁਰੂ ਕਰਦੇ ਹਾਂ। 3 ਘੰਟੇ ਦਾ ਸਮਾਂ, 80 ਅੰਕਾਂ ਦੀ ਪ੍ਰੀਖਿਆ ਹੈ। ਸਭ ਤੋਂ ਪਹਿਲਾਂ ਅੰਡਿੱਠਾ ਪੈਰਾ ਜੋ ਕਿ ਆਪ ਸਾਰਿਆਂ ਦੀ ਸਕਰੀਨ ਦੇ ਸਾਹਮਣੇ ਆ ਰਿਹਾ ਤੇ ਆਪ ਸਾਰੇ ਵਿਦਿਆਰਥੀ ਸਕਰੀਨ ਨੂੰ ਪੌਜ਼ ਕਰਕੇ ਅੰਡਿੱਠੇ ਪੈਰੇ ਨੂੰ ਪੜ੍ਹ ਸਕਦੇ ਹੋ। ਫਿਰ ਅਸੀਂ ਪ੍ਰਸ਼ਨ ਉੱਤਰ ਕਰਾਂਗੇ। ਆਓ ਹੁਣ ਅਸੀਂ ਕਰਦੇ ਹਾਂ ਪ੍ਰਸ਼ਨ ਉੱਤਰ। ਪਹਿਲਾ ਪ੍ਰਸ਼ਨ ਹੈ, ਕਿਹੜਾ ਜੀਵਨ ਸਾਡੇ ਸੱਭਿਆਚਾਰ ਦਾ ਮੁੱਖ ਅੰਗ ਰਿਹਾ ਹੈ? ਇਸ ਦਾ ਉੱਤਰ ਹੈ ਪੇਂਡੂ ਜੀਵਨ। ਕਿਸ ਨੇ ਹੁਣ ਆਪਣਾ ਪ੍ਰਭਾਵ ਪਿੰਡਾਂ ਵਿੱਚ ਵੀ ਛੱਡਣਾ ਸ਼ੁਰੂ ਕਰ ਦਿੱਤਾ ਹੈ? ਸ਼ਹਿਰੀਕਰਨ। ਪਿੰਡਾਂ ਵਿੱਚੋਂ ਪੇਂਡੂ ਸੱਭਿਆਚਾਰ ਦੇ ਅਲੋਪ ਹੋਣ ਦਾ ਕੀ ਕਾਰਨ ਹੈ? ਵਿਗਿਆਨਿਕ ਤਰੱਕੀ। ਪਿੰਡਾਂ ਵਿੱਚੋਂ ਕਿਹੜੀ ਚੀਜ਼ ਖਤਮ ਹੁੰਦੀ ਜਾ ਰਹੀ ਹੈ? ਮੋਹ ਮੁਹੱਬਤ। ਪੰਜਾਬ ਦੇ ਮਾਲਵੇ ਇਲਾਕੇ ਦੇ ਮਾਰੂਥਲ ਦੀ ਮਹਿਕ ਦੀ ਤੁਲਨਾ ਲੇਖਕ ਨੇ ਕਿਸ ਨਾਲ ਕੀਤੀ ਹੈ? ਚੰਦਨ ਨਾਲ। ਵਾਰਤਕ ਅਨੁਸਾਰ ਅਮੀਰ ਸੱਭਿਆਚਾਰ ਕਿੱਥੇ ਵੱਸਦਾ ਸੀ? ਪਿੰਡਾਂ ਵਿੱਚ। ਪੈਰੇ ਅਨੁਸਾਰ ਪਿੰਡਾਂ ਦੀ ਆਪਣੀ ਕੀ ਹੈ? ਕਹਾਣੀ। ਉੱਪਰ ਲਿਖੇ ਪੈਰੇ ਦਾ ਸਿਰਲੇਖ ਹੈ ਪੇਂਡੂ ਜੀਵਨ। ਤੇ ਇਸ ਤੋਂ ਬਾਅਦ ਕਾਰ ਵਿਹਾਰ ਦੇ ਪੱਤਰ, ਤੇ ਪੱਤਰ ਆਪ ਸਾਰਿਆਂ ਦੀ ਸਕਰੀਨ ਦੇ ਸਾਹਮਣੇ ਆ ਰਿਹਾ ਤੇ ਆਪ ਸਾਰੇ ਵਿਦਿਆਰਥੀ ਸਕਰੀਨ ਨੂੰ ਪੌਜ਼ ਕਰਕੇ ਪੱਤਰ ਨੂੰ ਪੜ੍ਹ ਸਕਦੇ ਹੋ ਤੇ ਇਹ ਵੀ ਦੇਖ ਸਕਦੇ ਹੋ ਕਿ ਪੱਤਰ ਨੂੰ ਅਸੀਂ ਕਿਸ ਤਰ੍ਹਾਂ ਲਿਖਣਾ ਹੈ। ਤੇ ਇਸ ਤੋਂ ਬਾਅਦ ਅਸੀਂ ਕਰਾਂਗੇ ਪੈਰਾ ਰਚਨਾ ਤੇ 2 ਵਿੱਚੋਂ 1 ਪੈਰਾ ਲਿਖਣਾ ਹੈ। ਨੈਤਿਕ ਕਦਰਾਂ ਕੀਮਤਾਂ ਜਾਂ ਉਦੇਸ਼ ਭਰਪੂਰ ਜ਼ਿੰਦਗੀ। ਤੇ ਪੈਰਾ ਆਪ ਸਾਰਿਆਂ ਦੀ ਸਕਰੀਨ ਦੇ ਸਾਹਮਣੇ ਆ ਰਿਹਾ ਤੇ ਆਪ ਸਾਰੇ ਵਿਦਿਆਰਥੀ ਪੈਰੇ ਨੂੰ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ। ਤੇ ਹੁਣ ਅਸੀਂ ਕਰਾਂਗੇ ਵਿਹਾਰਿਕ ਵਿਆਕਰਨ, ਜਿਸ ਵਿੱਚ ਸਭ ਤੋਂ ਪਹਿਲਾਂ ਵਾਕ ਵਟਾਂਦਰਾ। ਤੁਹਾਡੀ ਸਿਆਣਪ ਨੂੰ ਸਭ ਜਾਣਦੇ ਹਨ, ਇਸ ਤਰ੍ਹਾਂ ਬਣਾਉਣਾ ਪ੍ਰਸ਼ਨਵਾਚਕ। ਤੁਹਾਡੀ ਸਿਆਣਪ ਨੂੰ ਕੌਣ ਨਹੀਂ ਜਾਣਦਾ? ਭਲੇ ਲੋਕ ਕਿਸੇ ਦਾ ਬੁਰਾ ਨਹੀਂ ਸੋਚਦੇ। ਹਾਂ ਵਾਚਕ ਬਣਾਉਣਾ ਹੈ, ਭਲੇ ਲੋਕ ਸਭ ਦਾ ਚੰਗਾ ਸੋਚਦੇ ਹਨ। ਖਾਣਾ ਪਰੋਸ ਦਿੱਤਾ ਜਾਏ, ਕਰਤਰੀਵਾਚਕ ਬਣਾਉਣਾ ਹੈ, ਖਾਣਾ ਪਰੋਸ ਦਿਓ। ਸੂਰਜ ਨਿਕਲਿਆ ਅਤੇ ਅਸੀਂ ਆਪੋ ਆਪਣੇ ਕੰਮਾਂ ਵਿੱਚ ਰੁੱਝ ਗਏ, ਇਸ ਦਾ ਸਧਾਰਨ ਬਣਾਉਣਾ ਹੈ, ਸੂਰਜ ਨਿਕਲਦੇ ਸਾਰ ਅਸੀਂ ਆਪੋ ਆਪਣੇ ਕੰਮਾਂ ਵਿੱਚ ਰੁੱਝ ਗਏ। ਤੇ ਇਸ ਤੋਂ ਬਾਅਦ ਅਖਾਣ ਖੋਤਾ। ਆਪਣੇ ਹੱਥੀਂ ਆਪਣਾ ਆਪ ਹੀ ਕਾਟ ਸਵਾਰੀ ਹੈ, ਜਿਸ ਦਾ ਅਰਥ ਹੈ ਕਿ ਸਾਨੂੰ ਆਪਣਾ ਕੰਮ ਆਪ ਹੀ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਹਿੰਗ ਲੱਗੇ ਨਾ ਫਟਕਰੀ, ਰੰਗ ਚੋਖਾ ਆਵੇ। ਤੇ ਜਦੋਂ ਘੱਟ ਖਰਚੇ ਵਿੱਚ ਜਾਂ ਮੁਫਤ ਵਿੱਚ ਹੀ ਕੰਮ ਹੋ ਜਾਏ ਤਾਂ ਉਦੋਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਹੈ ਘਰ ਵਸਦਿਆਂ ਦੇ, ਸਾਖ ਮਿਲਦਿਆਂ ਦੇ ਤੇ ਖੇਤ ਵਾਉਂਦਿਆਂ ਦੇ। ਇਸ ਦਾ ਅਰਥ ਹੈ ਕਿ ਘਰ ਰਹਿਣ ਨਾਲ, ਸਾਖ ਮਿਲਣ ਨਾਲ ਅਤੇ ਖੇਤ ਖੇਤੀ ਕਰਨ ਨਾਲ ਹੀ ਆਪਣੇ ਹੁੰਦੇ ਹਨ। ਨਵਾਂ 9 ਦਿਨ, ਪੁਰਾਣਾ 100 ਦਿਨ। ਤੇ ਪੁਰਾਣੀ ਚੀਜ਼ ਦੇ ਮਹੱਤਵ ਨੂੰ ਦਰਸਾਉਣ ਲਈ ਇਹ ਅਖੌਤ ਵਰਤੀ ਜਾਂਦੀ ਹੈ। ਮਹਾਂ ਮੋਟਾਂ ਵਿੱਚ ਕੋਈ ਵੱਡਾ ਛੋਟਾ ਨਹੀਂ ਹੁੰਦਾ, ਇਸ ਦਾ ਅਰਥ ਹੈ ਕਿ ਹਰ ਕੋਈ ਬਰਾਬਰ ਹੁੰਦਾ ਹੈ। ਇੱਕ ਅਨਾਰ 100 ਬਿਮਾਰ। ਜਦੋਂ ਚੀਜ਼ ਘੱਟ ਹੋਵੇ ਅਤੇ ਉਸ ਦੀ ਮੰਗ ਕਰਨ ਵਾਲੇ ਬਹੁਤੇ ਹੋਣ ਤਾਂ ਉਦੋਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਤੇ ਇਸ ਤੋਂ ਬਾਅਦ ਸਾਹਿਤ ਵਿੱਚੋਂ ਸਭ ਤੋਂ ਪਹਿਲਾਂ ਕਵਿਤਾਵਾਂ ਵਿੱਚੋਂ ਪ੍ਰਸੰਗ ਸਹਿਤ ਵਿਆਖਿਆ। ਕੂਲੇ ਕੂਲੇ ਹੱਥ ਕਿਰਪਾਨਾਂ ਵਿੱਚ ਗੋਰੀਆਂ, ਕੱਲ ਨੇ ਸਵੇਰੇ ਦੀਆਂ ਜੋੜੀਆਂ ਮੈਂ ਤੋਰੀਆਂ। ਜਿਨ੍ਹਾਂ ਦਾ ਵਿਛੋੜਾ ਮੈਂ ਨਾ ਪਲਸੀ ਸਹਾਰ ਦੀ, ਚੁੰਮ ਚੁੰਮ ਰੱਖੋ ਨੀ ਹੈ ਕਲਗੀ ਜੁਝਾਰ ਦੀ। ਤੇ ਪ੍ਰਸੰਗ ਵਿੱਚ ਅਸੀਂ ਲਿਖ ਸਕਦੇ ਹਾਂ, ਇਹ ਕਾਵਿ ਟੁਕੜੀਆਂ ਲਾਜ਼ਮੀ ਪੰਜਾਬੀ 12 ਪੁਸਤਕ ਵਿੱਚ ਦਰਜ ਨੰਦ ਲਾਲ ਨੂਰਪੁਰੀ ਦੀ ਰਚਨਾ ਚੁੰਮ ਚੁੰਮ ਰੱਖੋ ਵਿੱਚੋਂ ਲਈਆਂ ਗਈਆਂ ਹਨ। ਇਸ ਕਵਿਤਾ ਵਿੱਚ ਮਾਤਾ ਗੁਜਰੀ ਜੀ ਵੱਲੋਂ ਜੰਗ ਵਿੱਚ ਗਏ ਸਾਹਿਬਜ਼ਾਦਿਆਂ ਦੀ ਉਡੀਕ ਅਤੇ ਉਹਨਾਂ ਦੀ ਸ਼ਹੀਦੀ ਨੂੰ ਪ੍ਰਗਟਾਇਆ ਗਿਆ ਹੈ। ਇਹਨਾਂ ਸਤਰਾਂ ਵਿੱਚ ਮਾਤਾ ਗੁਜਰੀ ਜੀ ਵੱਲੋਂ ਸਾਹਿਬਜ਼ਾਦਿਆਂ ਦਾ ਵਿਛੋੜਾ ਨਾ ਸਹਾਰ ਸਕਣ ਦੇ ਭਾਵ ਪ੍ਰਗਟ ਹੋਏ ਹਨ। ਵਿਆਖਿਆ। ਮਾਤਾ ਗੁਜਰੀ ਜੀ ਕਹਿੰਦੇ ਹਨ ਕਿ ਸਾਹਿਬਜ਼ਾਦਿਆਂ ਦੇ ਕੂਲੇ ਕੂਲੇ ਹੱਥਾਂ ਵਿੱਚ ਲਿਸ਼ਕਦੀਆਂ ਕਿਰਪਾਨਾਂ ਸਨ। ਉਹਨਾਂ ਨੇ ਕੱਲ੍ਹ ਸਵੇਰੇ ਸਾਹਿਬਜ਼ਾਦਿਆਂ ਨੂੰ ਜੰਗ ਲਈ ਤੋਰਿਆ ਹੈ। ਮਾਤਾ ਗੁਜਰੀ ਜੀ ਸਾਹਿਬਜ਼ਾਦਿਆਂ ਦਾ ਵਿਛੋੜਾ ਇੱਕ ਪਲ ਵੀ ਨਹੀਂ ਸਹਾਰ ਸਕਦੇ। ਮਾਤਾ ਜੀ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ ਕਲਗੀ ਨੂੰ ਚੁੰਮ ਕੇ ਰੱਖਣ ਲਈ ਆਖਦੇ ਹਨ। ਤੇ ਇਸ ਤੋਂ ਬਾਅਦ ਹੈ, ਉਂਝ ਤਾਂ ਹਰ ਮਾਂ ਸੋਹਣੀ ਹੁੰਦੀ, ਪਰ ਮੇਰੀ ਮਾਂ ਵੇਖ ਵੇਖ ਕੇ ਹਰ ਅੱਖ ਸੁਲਗੇ ਜਿਵੇਂ ਦੁਪਹਿਰੀ। ਮੈਂ ਉਸਦੇ ਸੰਗ ਤੁਰਿਆ ਜਾਵਾਂ, ਚੁੱਪ ਸੰਗਣੀ ਛਾਉ ਇੱਕ ਹਰੀ। ਨਜ਼ਰ ਨਜ਼ਰ ਮੇਰਾ ਮਕਤਬ ਸੀ, ਬੋਲ ਬੋਲ ਸੀ ਸੰਥਾ ਮੇਰੀ। ਤੇ ਪ੍ਰਸੰਗ ਵਿੱਚ ਅਸੀਂ ਲਿਖ ਸਕਦੇ ਹਾਂ, ਇਹ ਕਾਵਿ ਸਤਰਾਂ ਲਾਜ਼ਮੀ ਪੰਜਾਬੀ 12 ਪੁਸਤਕ ਵਿੱਚ ਦਰਜ ਡਾਕਟਰ ਹਰਭਜਨ ਸਿੰਘ ਦੀ ਕਵਿਤਾ ਮੇਰਾ ਬਚਪਨ ਤੋਂ ਲਈਆਂ ਗਈਆਂ ਹਨ। ਇਸ ਕਵਿਤਾ ਵਿੱਚ ਪਿਤਾਹੀਨ ਬੱਚੇ ਦੀ ਮਨੋਦਸ਼ਾ ਨੂੰ ਬਿਆਨ ਕੀਤਾ ਗਿਆ ਹੈ। ਇਹਨਾਂ ਸਤਰਾਂ ਵਿੱਚ ਕਵੀ ਲਿਖਦੇ ਹਨ ਕਿ ਉਸਦੀ ਵਿਧਵਾ ਮਾਂ ਨੂੰ ਮਿਹਨਤ ਮੁਸ਼ੱਕਤ ਕਰਦਿਆਂ ਨਜ਼ਰਾਂ ਨੀਵੀਆਂ ਰੱਖਣੀਆਂ ਪੈਂਦੀਆਂ ਸਨ ਅਤੇ ਲੋਕਾਂ ਦੀਆਂ ਮੈਲੀਆਂ ਨਜ਼ਰਾਂ ਤੋਂ ਬਚਣਾ ਪੈਂਦਾ ਸੀ। ਵਿਆਖਿਆ। ਪਿਤਾ ਤੋਂ ਬਿਨਾਂ ਬਚਪਨ ਦੇ ਦੁੱਖ ਨੂੰ ਪ੍ਰਗਟਾਉਂਦਾ ਕਵੀ ਮੈਂ ਪਾਤਰ ਦੇ ਰੂਪ ਵਿੱਚ ਕਹਿੰਦਾ ਹੈ ਕਿ ਉਂਝ ਤਾਂ ਹਰ ਮਾਂ ਸੋਹਣੀ ਹੁੰਦੀ ਹੈ, ਪਰ ਉਸਦੀ ਮਾਂ ਨੂੰ ਵੇਖ ਵੇਖ ਕੇ ਹਰ ਕਿਸੇ ਦੀ ਅੱਖ ਬੁਰੀ ਭਾਵਨਾ ਨਾਲ ਬਲਦੀ ਸੀ। ਕਵੀ ਕਹਿੰਦਾ ਕਿ ਉਹ ਆਪਣੀ ਮਾਂ ਨਾਲ ਜੀਵਨ ਪੰਥ 'ਤੇ ਤੁਰਿਆ ਜਾਂਦਾ ਹੈ। ਇਸ ਸਮੇਂ ਸੰਗਣੀ ਚੁੱਪ ਹੈ ਅਤੇ ਦੋਹਾਂ ਦੀ ਗਹਿਰੀ ਛਾਂ ਹੈ। ਦੋਹਾਂ ਪਾਸਿਆਂ ਤੋਂ ਕੁਝ ਨਹੀਂ ਬੋਲਿਆ ਜਾ ਰਿਹਾ ਕਿਉਂਕਿ ਦੋਵੇਂ ਧਿਰ ਉਦਾਸ ਹਨ। ਕਵੀ ਕਹਿੰਦਾ ਕਿ ਹਰ ਬੁਰੀ ਨਜ਼ਰ ਮੇਰਾ ਮਕਤਬ, ਜਿਸ ਦਾ ਅਰਥ ਹੈ ਪਾਠਸ਼ਾਲਾ ਸੀ, ਅਤੇ ਲੋਕਾਂ ਦਾ ਹਰ ਬੋਲ ਮੇਰਾ ਪਾਠ ਜਾਂ ਸਬਕ ਸੀ। ਇਸ ਤੋਂ ਬਾਅਦ ਬਹੁ ਵਿਕਲਪੀ ਪ੍ਰਸ਼ਨ। ਟੁਕੜੀ ਜਗ ਤੋਂ ਨਿਆਰੀ ਕਵਿਤਾ ਵਿੱਚ ਕਿਹੜੀ ਥਾਂ ਦੀ ਸੁੰਦਰਤਾ ਦਾ ਬਿਆਨ ਹੈ? ਕਸ਼ਮੀਰ। ਵਗਾਰ ਸ਼ਬਦ ਦਾ ਕੀ ਅਰਥ ਹੈ? ਬਿਨਾਂ ਪੈਸਿਆਂ ਤੋਂ ਕੀਤਾ ਕੰਮ।
ਵੇ ਦਰਦ ਮੰਦਾ ਦਿਆ ਦਰਦੀਆ ਉੱਠ ਤੱਕ ਆਪਣਾ ਪੰਜਾਬ। ਤੇ ਤੁਕ ਵਿੱਚ ਦਰਦ ਮੰਦਾ ਦਿਆ ਦਰਦੀਆ ਕਿਸ ਨੂੰ ਆਖਿਆ ਗਿਆ ਹੈ? ਵਾਰਿਸ ਸ਼ਾਹ ਨੂੰ। ਪੱਠੀ ਵਾਲੀ ਦੀ ਕਢਾਈ ਕਿਸ ਚੀਜ਼ ਦੀ ਬਣੀ ਸੀ? ਮਿੱਟੀ ਦੀ। ਤੇ ਇਸ ਤੋਂ ਬਾਅਦ ਕਹਾਣੀਆਂ ਵਿੱਚੋਂ ਵੱਡੇ ਉੱਤਰਾਂ ਵਾਲੇ ਪ੍ਰਸ਼ਨ। ਮਾੜਾ ਬੰਦਾ ਕਹਾਣੀ ਦੀ ਪਾਤਰ, ਲੇਖਕ ਦੀ ਪਤਨੀ ਦਾ ਪਾਤਰ ਚਿੱਤਰਨ 125 ਤੋਂ 150 ਸ਼ਬਦਾਂ ਵਿੱਚ ਕਰੋ। ਤੇ ਇਸ ਵਿੱਚ ਅਸੀਂ ਲਿਖ ਸਕਦੇ ਹਾਂ ਜਾਣ ਪਛਾਣ, ਬੇਚੈਨ, ਦਇਆ ਭਾਵਨਾ ਵਾਲੀ, ਪਤੀ ਦੀ ਆਗਿਆ ਮੰਨਣ ਵਾਲੀ ਅਤੇ ਧਾਰਮਿਕ ਵਿਚਾਰਾਂ ਵਾਲੀ। ਤੇ ਇਸ ਤੋਂ ਬਾਅਦ ਸਾਂਝ ਕਹਾਣੀ ਦੇ ਪਾਤਰ ਲਾਲ ਚੀਰੇ ਵਾਲੇ ਦਾ ਪਾਤਰ ਚਿੱਤਰਨ ਕਰੋ। ਤੇ ਇਸ ਵਿੱਚ ਅਸੀਂ ਲਿਖ ਸਕਦੇ ਹਾਂ ਜਾਣ ਪਛਾਣ, ਜ਼ਿੰਮੇਵਾਰੀਆਂ ਵਿੱਚ ਘਿਰਿਆ ਹੋਇਆ, ਮਦਦਗਾਰ, ਨੇਕ ਦਿਲ ਇਨਸਾਨ, ਸੰਵੇਦਨਸ਼ੀਲ ਅਤੇ ਹਮਦਰਦੀ ਦੀ ਭਾਵਨਾ ਰੱਖਣ ਵਾਲਾ। ਤੇ ਇਸ ਤੋਂ ਬਾਅਦ ਕਹਾਣੀਆਂ ਵਿੱਚੋਂ ਬਹੁਵਿਕਲਪੀ ਪ੍ਰਸ਼ਨ। ਸਾਂਝ ਕਹਾਣੀ ਦੇ ਅੰਤ ਵਿੱਚ ਕਿਸ ਦੀ ਸਾਂਝ ਪੈ ਗਈ? ਪ੍ਰੋਫੈਸਰ ਅਤੇ ਲਾਲ ਚੀਰੇ ਵਾਲਾ। ਨੀਲੀ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਜਾਨਵਰਾਂ ਪ੍ਰਤੀ ਸੰਵੇਦਨਸ਼ੀਲ ਹੋਣ ਦੀ। ਲੇਖਕ ਦੀ ਪਤਨੀ ਰਿਕਸ਼ੇ ਵਾਲੇ ਨੂੰ ਕੀ ਪਿਲਾਉਣ ਦੀ ਗੱਲ ਕਰਦੀ ਹੈ? ਚਾਹ। ਜੀਤੋ ਦੀ ਮਾਂ ਨੇ ਆਪਣੀ ਜਵਾਈ ਦੀ ਝੋਲੀ ਵਿੱਚ ਸਲਾਮੀ ਵਜੋਂ ਕਿੰਨੇ ਰੁਪਏ ਪਾਏ? 11 ਰੁਪਏ। ਜੀਤੋ ਦੀ ਗੂੜੀ ਸਹੇਲੀ ਜੋ ਗੁਆਂਢੀ ਪਿੰਡ ਤੋਂ ਆਈ ਸੀ, ਕਿਹੜੀ ਜਮਾਤ ਵਿੱਚ ਜੀਤੋ ਦੀ ਜਮਾਤਣ ਰਹੀ ਸੀ? 5ਵੀਂ। ਤੇ ਹੁਣ ਅਸੀਂ ਕਰਾਂਗੇ 2 ਅੰਕਾਂ ਵਾਲੇ ਪ੍ਰਸ਼ਨ। ਬੁੱਢੀ ਮਾਈ ਨੂੰ ਸਾਈਕਲ 'ਤੇ ਬਿਠਾ ਕੇ ਪ੍ਰੋਫੈਸਰ ਨੂੰ ਬੁੱਢੀ ਮਾਈ ਬਾਰੇ ਕੀ ਪਤਾ ਲੱਗਾ? ਪ੍ਰੋਫੈਸਰ ਨੂੰ ਪਤਾ ਲੱਗਾ ਕਿ ਬੁੱਢੀ ਮਾਈ ਦਾ ਕੋਈ ਸੰਗ ਸਾਕ ਨਹੀਂ ਸੀ। ਉਹ ਜੇਠ ਦੀ ਸੰਗਰਾਂਦ ਨੂੰ ਤੁਰ ਕੇ ਗੁਰਦੁਆਰੇ ਆਈ ਸੀ। ਪਿੰਡ ਵਿੱਚ ਇੱਕ ਝੁੱਗੀ ਤੋਂ ਸਿਵਾਏ ਉਸਦਾ ਕੁਝ ਵੀ ਨਹੀਂ ਸੀ। ਨੀਲੀ ਦੀ ਵੱਛੀ ਕਿਹੋ ਜਿਹੀ ਸੀ? ਨੀਲੀ ਦੀ ਵੱਛੀ ਨੀਲੀ ਵਾਂਗ ਹੀ ਗੋਰੀ ਅਤੇ ਸੋਹਣੀ ਸੀ। ਨਿਰੀ ਪੂਰੀ ਨੀਲੀ ਦੀ ਸ਼ਕਲ, ਗੋਰਾ ਗੋਰਾ ਰੰਗ, ਮਲੁਕੜੀ ਜਿਹੀ ਚਮੜੀ, ਲੰਮੀ ਫੁੰਮਣਦਾਰ ਪੂਛ, ਸ਼ਰਮਾਕਲ ਲੱਖ ਲਾਜਾਂ ਭਰੀਆਂ ਅੱਖਾਂ। ਅਗਲਾ ਪ੍ਰਸ਼ਨ ਹੈ ਗਵਾਲੇ ਦਾ ਲੇਖਕ ਦੀ ਪਤਨੀ ਨੂੰ ਵੱਛੀ ਲਈ ਦੁੱਧ ਨਾ ਛੱਡਣ ਬਾਰੇ ਕੀ ਕਹਿਣਾ ਸੀ? ਇਸ ਦਾ ਉੱਤਰ ਹੈ ਗਵਾਲਾ ਲੇਖਕ ਦੀ ਪਤਨੀ ਨੂੰ ਕਹਿੰਦਾ ਕਿ ਨੀਲੀ ਆਪਣੀ ਵੱਛੀ ਲਈ ਦੁੱਧ ਛੁਪਾ ਲੈਂਦੀ ਹੈ ਅਤੇ ਬਾਅਦ ਵਿੱਚ ਵੱਛੀ ਨੂੰ ਪਿਲਾ ਲੈਂਦੀ ਹੈ। ਮਾੜਾ ਬੰਦਾ ਕਹਾਣੀ ਵਿੱਚ ਲੇਖਕ ਕਿਸ ਨੂੰ ਅਤੇ ਕਿਸ ਬਾਰੇ ਚਿੱਠੀ ਲਿਖ ਰਿਹਾ ਸੀ? ਲੇਖਕ ਜੰਗਲਾਤ ਦੇ ਅਫਸਰ ਆਪਣੀ ਭੂਆ ਦੇ ਪੁੱਤਰ ਭਰਾ ਨੂੰ ਫਰਨੀਚਰ ਬਣਵਾ ਕੇ ਭੇਜਣ ਲਈ ਚਿੱਠੀ ਲਿਖ ਰਿਹਾ ਸੀ। ਰਿਸ਼ਤੇਦਾਰ ਜੀਤੋ ਦੇ ਵੀਰ ਨੂੰ ਕੀ ਲਾਂਭਾ ਦਿੰਦੇ ਸਨ? ਘਰ ਵਿੱਚ ਪਿਛਲੇ 40 ਸਾਲਾਂ ਤੋਂ ਕਿਸੇ ਮੁੰਡੇ ਦਾ ਵਿਆਹ ਨਹੀਂ ਸੀ ਹੋਇਆ ਅਤੇ ਜੀਤੋ ਦੇ ਵੀਰ ਦੀ ਵਿਆਹ ਕਰਵਾਉਣ ਦੀ ਉਮਰ ਸੀ, ਪਰ ਉਹ ਵਿਆਹ ਲਈ ਨਹੀਂ ਸੀ ਮੰਨਦਾ। ਇਸ ਕਰਕੇ ਰਿਸ਼ਤੇਦਾਰ ਉਸ ਨੂੰ ਲਾਂਭਾ ਦਿੰਦੇ ਸਨ ਕਿ ਉਹ ਇਕੱਠੇ ਮਿਲ ਕੇ ਬੈਠਣ ਦਾ ਮੌਕਾ ਨਹੀਂ ਸੀ ਦਿੰਦਾ। ਇਸ ਤੋਂ ਬਾਅਦ ਸੱਭਿਆਚਾਰ ਵਿੱਚੋਂ ਬਹੁਵਿਕਲਪੀ ਪ੍ਰਸ਼ਨ। ਰਸਮਾਂ ਰਿਵਾਜ਼ਾਂ ਦਾ ਅਸਲੀ ਰੂਪ ਕਦੋਂ ਸਾਹਮਣੇ ਆਉਂਦਾ ਹੈ? ਜਨਮ, ਵਿਆਹ ਤੇ ਮਰਨ ਵੇਲੇ। ਮੁਰਦੇ ਦੀ ਖੋਪਰੀ ਠਕੋਰਨ ਨੂੰ ਕੀ ਕਹਿੰਦੇ ਹਨ? ਕਪਾਲ ਕਿਰਿਆ। ਛੱਟੀ ਦੀ ਰਸਮ ਝੜੱਪੇ ਤੋਂ ਕਿੰਨੇ ਦਿਨ ਮਗਰੋਂ ਹੁੰਦੀ ਹੈ? 6ਵੇਂ ਦਿਨ। ਕਿਸ ਲੋਕ ਨਾਚ ਵਿੱਚ ਗੀਤ ਦੀ ਥਾਂ ਨਚਾਰ ਮੂੰਹੋਂ ਕਈ ਪ੍ਰਕਾਰ ਦੀਆਂ ਆਵਾਜ਼ਾਂ ਕੱਢਦੇ ਹਨ? ਲੁੱਡੀ। ਪੇਂਡੂ ਲੋਕਾਂ ਦੇ ਮਨੋਰੰਜਨ ਦਾ ਪ੍ਰਮੁੱਖ ਸਾਧਨ ਕੀ ਰਿਹਾ ਹੈ? ਲੋਕ ਖੇਡਾਂ। ਗੁਰੂ ਸਾਹਿਬਾਂ ਦੀ ਸਿਮਰਤੀ ਵਿੱਚ ਪੰਜਾਬ ਦੇ ਕਿਹੜੇ ਮੇਲੇ ਲੱਗਦੇ ਹਨ? ਕਿਸੇ ਇੱਕ ਮੇਲੇ ਬਾਰੇ ਜਾਣਕਾਰੀ ਦਿਓ। ਪੰਜਾਬ ਗੁਰੂਆਂ ਦੀ ਧਰਤੀ ਹੈ। ਗੁਰੂਆਂ ਦੇ ਪਾਵਨ ਸਥਾਨਾਂ ਉੱਤੇ ਖਾਸ ਤਿੱਥਾਂ ਨੂੰ ਮੇਲੇ ਲੱਗਦੇ ਹਨ। ਪੱਛਮੀ ਪੰਜਾਬ ਵਿੱਚ ਹਰ ਪੂਰਨਮਾਸ਼ੀ ਨੂੰ ਪੰਜਾ ਸਾਹਿਬ ਵਿੱਚ ਅਤੇ ਕੱਤਕ ਦੀ ਪੂਰਨਮਾਸ਼ੀ ਨੂੰ ਨਨਕਾਣਾ ਸਾਹਿਬ ਵਿੱਚ ਮੇਲਾ ਲੱਗਿਆ ਕਰਦਾ ਸੀ। ਲਾਹੌਰ ਵਿੱਚ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਉੱਤੇ ਡੇਰਾ ਸਾਹਿਬ ਵਿੱਚ ਜੋੜ ਮੇਲਾ ਲੱਗਿਆ ਕਰਦਾ ਸੀ। ਭਾਰਤੀ ਪੰਜਾਬ ਵਿੱਚ ਮੁਕਤਸਰ, ਤਰਨਤਾਰਨ, ਡੇਰਾ ਬਾਬਾ ਨਾਨਕ ਅਤੇ ਗੁਰਦਾਸਪੁਰ ਉੱਤੇ ਗੁਰੂ ਸਾਹਿਬਾਂ ਦੀ ਸਿਮਰਤੀ ਵਿੱਚ ਮੇਲੇ ਲੱਗਦੇ ਹਨ। ਤੇ ਹੁਣ ਅਸੀਂ ਲਿਖਾਂਗੇ ਮੁਕਤਸਰ ਦੇ ਮੇਲੇ ਦੇ ਬਾਰੇ। ਇਹ ਮੇਲਾ ਮਾਘੀ ਵਾਲੇ ਦਿਨ ਮੁਕਤਸਰ ਵਿੱਚ ਲੱਗਦਾ ਹੈ। 1705 ਈਸਵੀ ਵਿੱਚ ਇਸ ਸਥਾਨ ਉੱਤੇ ਸਿੱਖਾਂ ਨੇ ਮੁਗਲ ਫੌਜਾਂ ਦਾ ਮੁਕਾਬਲਾ ਕੀਤਾ, ਜਿਸ ਵਿੱਚ 40 ਸਿੱਖ ਸ਼ਹੀਦ ਹੋਏ। ਗੁਰੂ ਜੀ ਨੇ ਉਹਨਾਂ ਸਿੱਖਾਂ ਨੂੰ ਮੁਕਤੇ ਕਹਿ ਕੇ ਸਨਮਾਨਿਆ ਅਤੇ ਬੇਦਾਵਾ ਪਾੜ ਦਿੱਤਾ। ਮਾਘੀ ਵਾਲੇ ਦਿਨ ਅਤੇ ਪ੍ਰਸਿੱਧ ਮੇਲਾ ਲੱਗਦਾ ਹੈ ਅਤੇ ਪਾਵਨ ਸਰੋਵਰ ਵਿੱਚ ਸੰਗਤਾਂ ਇਸ਼ਨਾਨ ਕਰਦੀਆਂ ਹਨ। ਅਗਲਾ ਪ੍ਰਸ਼ਨ ਹੈ ਵਿਆਹ ਕੇ ਲਿਆਉਣ ਪਿੱਛੋਂ ਮੁੰਡੇ ਦੇ ਘਰ ਕਿਹੜੀਆਂ ਰਸਮਾਂ ਹੁੰਦੀਆਂ ਹਨ? ਤੇ ਇਸ ਵਿੱਚ ਅਸੀਂ ਲਿਖ ਸਕਦੇ ਹਾਂ ਪਾਣੀ ਵਾਰਨਾ, ਵੋਟੀ ਦਾ ਮੂੰਹ ਵੇਖਣਾ, ਪੂਜਾ ਅਤੇ ਪੇਟੀ ਖੋਲ੍ਹਣੀ। ਤੇ ਹਰ ਰਸਮ ਨੂੰ ਅਸੀਂ ਐਕਸਪਲੇਨ ਕਰਨਾ ਹੈ। ਅਗਲਾ ਪ੍ਰਸ਼ਨ ਹੈ ਪੰਜਾਬ ਦੀਆਂ ਲੋਕ ਖੇਡਾਂ ਪਾਠ ਦੇ ਆਧਾਰ 'ਤੇ ਦੱਸੋ ਕਿ ਲੋਕ ਖੇਡਾਂ ਦੀ ਜੀਵਨ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਕਿਵੇਂ? ਤੇ ਇਸ ਦਾ ਉੱਤਰ ਹੈ ਜੀਵਨ ਦੇ ਵਿਕਾਸ ਵਿੱਚ ਲੋਕ ਖੇਡਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਲੋਕ ਖੇਡਾਂ ਜਿੱਥੇ ਮਨੁੱਖ ਦਾ ਮਨੋਰੰਜਨ ਕਰਦੀਆਂ ਹਨ, ਉੱਥੇ ਉਸਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਹ ਮਨੁੱਖ ਦੇ ਸਰੀਰ ਵਿੱਚ ਬਲ ਦਾ ਵਾਧਾ ਕਰਦੀਆਂ ਹਨ ਅਤੇ ਰੂਹ ਨੂੰ ਖੁਸ਼ੀ ਦਿੰਦੀਆਂ ਹਨ, ਜੋ ਮਨੁੱਖ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹੈ। ਲੋਕ ਖੇਡਾਂ ਨਾਲ ਮਨੁੱਖ ਦੇ ਅੰਦਰ ਸਦਭਾਵਨਾ, ਨੇਕ ਨੀਅਤ, ਇਨਸਾਫ, ਭਾਈਵਾਲੀ ਅਤੇ ਮੁਕਾਬਲੇ ਦੀ ਭਾਵਨਾ ਵਰਗੇ ਨੈਤਿਕ ਗੁਣ ਪ੍ਰਵੇਸ਼ ਕਰਦੇ ਹਨ।